ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵਾ ਹਿਰਦੈ ਨਿਤ ਧਿਆਵਾ ਗੁਰ ਰਾਮਦਾਸ ਗੁਣ ਗਾਵਾ ਗੁਰ ਅਰਜੁਨਾ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਗੁਰ ਹਰਿ ਗੋਬਿੰਦ ਸੋਭਾ ਸੋ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਣ ਸੋਏ। ਪਰਮ ਸਨਮਾਨਯੋਗ ਹਾਜ਼ਰਾ ਹਜ਼ੂਰ ਜਹਰਾ ਜਹੂਰ ਪਤਿਤ ਪਾਵਨ ਭਗਤ ਵਛਲ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਗੁਰੂਆਂ ਦੇ ਰੱਬੀ ਸਵਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ। ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾ ਸਮੇਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਪਾਕ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਜੁੜ ਬੈਠੇ ਹਾਂ। ਜੋ ਪ੍ਰਮਾਤਮਾ ਨੇ ਕਿਰਪਾ ਕੀਤੀ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਾਉ ਬਲ ਜਾਈਆ ਹੈਮਾ ਵਾਕਾਂ ਅਨੁਸਾਰ ਜੋ ਦਿਨ ਦੇ ਚੌਥੇ ਪਹਿਰ ਦੇ ਸਮੇਂ ਸਾਧ ਸੰਗਤ ਜੀ ਇਤਿਹਾਸ ਦੀ ਕਥਾ ਵਾਰਤਾ ਆਪ ਸਰਵਣ ਕਰ ਰਹੇ ਹੋ।
ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਅਨੁਸਾਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਦਨ ਧਰਤ ਲੁਕਾਈ। ਜੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀਆਂ ਜੋ ਸਾਖੀਆਂ ਨੇ 4 ਉਦਾਸੀਆਂ, ਉਹਨਾਂ ਦਾ ਜ਼ਿਕਰ ਆਪਾਂ ਸਾਧ ਸੰਗਤ ਜੀ ਸੰਧਿਆ ਦੇ ਦੀਵਾਨਾਂ ਦੇ ਸਮੇਂ ਸਰਵਣ ਕਰ ਰਹੇ ਹਾਂ। ਜੋ ਚੱਲ ਰਹੇ ਦੀਵਾਨਾਂ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਇੱਕ ਸ਼ਾਹੂਕਾਰ ਦੇ ਕੋਲ ਪਹੁੰਚੇ ਨੇ। ਜਦੋਂ ਉਸ ਸ਼ਾਹੂਕਾਰ ਦਾ ਦੁੱਖ ਭਾਈ ਮਰਦਾਨਾ ਜੀ ਨੇ ਸੁਣਿਆ ਹੈ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਜਦੋਂ ਸਾਰਾ ਆਪਣਾ ਦੁੱਖ ਦੱਸਿਆ ਏ ਤਾਂ ਭਾਈ ਮਰਦਾਨਾ ਜੀ ਨੇ ਸ਼ਾਹੂਕਾਰ ਨੂੰ ਆਖਿਆ ਏ ਕਿ ਇਹ ਜਿਹੜਾ ਤੇਰਾ ਦੁੱਖ ਹੈ, ਜਿਹੜਾ ਤੂੰ ਕਿਸੇ ਨੂੰ ਦੱਸ ਨਹੀਂ ਸਕਦਾ, ਜਿਹੜਾ ਤੇਰਾ ਗੁਪਤ ਦੁੱਖ ਹੈ, ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸੰਤ ਰੂਪ ਨੇ, ਉਹ ਤੇਰਾ ਇਹ ਦੁੱਖ ਦੂਰ ਕਰਨਗੇ, ਕਿਉਂਕਿ ਉਹ ਸੁੱਖਾਂ ਦੇ ਦਾਤੇ ਹਨ। ਤੇ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸ਼ਾਹੂਕਾਰ ਦੇ ਪਾਸ ਪਹੁੰਚੇ ਨੇ, ਸ਼ਾਹੂਕਾਰ ਨੇ ਸਾਰਾ ਦੁੱਖ ਦੱਸਿਆ ਏ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਏ। ਉਹ ਸ਼ਬਦ ਕੀ ਸੀ? ਸਹੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਇਸ ਸਾਰੇ ਸ਼ਬਦ ਦੀ ਵਿਆਖਿਆ ਸਾਧ ਸੰਗਤ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤੀ ਸੀ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਦੇ ਕਹਿਣ ਤੇ ਇਸ ਸ਼ਬਦ ਦੀ ਵਿਆਖਿਆ ਕਰਦੇ ਨੇ ਤਾਂ ਉਹ ਸ਼ਾਹੂਕਾਰ ਤੇ ਉਸ ਸ਼ਾਹੂਕਾਰ ਦੀ ਇਸਤਰੀ ਜਦੋਂ ਇਹ ਸ਼ਬਦ ਸੁਣਦੇ ਨੇ ਤਾਂ ਸਾਧ ਸੰਗਤ ਜੀ ਅੱਗੇ ਕੀ ਵਾਪਰਦਾ ਏ, ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿਤ, ਝੁਕਾਈਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੀਸ, ਰਸਨਾ ਨੂੰ ਕਰੀਏ ਪਵਿੱਤਰ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਾਹਿਗੁਰੂ ਸਤਨਾਮ ਜੋ ਮੰਨੈ ਸੋ ਜਿਣ ਜਾਏ, ਔਰ ਕਰਮ ਲੇਖਾ ਬਿਖੈ ਨਹ ਕੋ ਛੁਟਨ ਉਪਾਏ। ਵਾਹਿਗੁਰੂ ਸਤਨਾਮ ਜੋ ਮੰਨੈ ਸੋ ਜਿਣ ਜਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਸਾਰੇ ਸ਼ਬਦ ਦੀ ਵਿਆਖਿਆ ਕੀਤੀ ਹੈ, ਸਹੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਜਦੋਂ ਇਸ ਸਾਰੇ ਦੀ ਵਿਆਖਿਆ ਕੀਤੀ ਹੈ ਤਾਂ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਬੈਠੇ ਹੋਏ ਨੇ। ਉਹ ਸ਼ਾਹੂਕਾਰ ਤੇ ਸ਼ਾਹੂਕਾਰ ਦੀ ਇਸਤਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਬੈਠੇ ਹੋਏ ਨੇ। ਜਦੋਂ ਇੰਦਰ ਦੀ ਕਥਾ ਸੁਣਾਈ ਹੈ, ਜਨਮੇਜੇ ਦੀ ਕਥਾ ਸੁਣਾਈ ਹੈ ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੁਣ ਉਪਦੇਸ਼ ਦੇਣਾ ਕੀਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਉਪਦੇਸ਼ ਦੇ ਰਹੇ ਨੇ ਉਸ ਸ਼ਾਹੂਕਾਰ ਨੂੰ
कि जेड़ा सच्चे वाहिगुरु दा नाम मन विच सिमरदा है, जेड़ा भै भावनी दे नाल उस परमात्मा दे नाम नूं मन दे विच वसा लैंदा है, ਉਹ ਇਸ ਸੰਸਾਰ ਨੂੰ ਜਿੱਤ ਲੈਂਦਾ ਹੈ। ਭਾਵ ਕਿ ਉਸ ਮਨੁੱਖ ਦੀ ਇਸ ਸੰਸਾਰ ਦੇ ਵਿੱਚ ਜਿੱਤ ਹੋ ਜਾਂਦੀ ਹੈ। ਔਰ ਕਰਮ ਲੇਖ ਬਿਖੈ ਨਹਿ ਕੋ ਛੁਟਨ ਉਪਾਏ। ਹੋਰ ਜਿਤਨੇ ਮਰਜੀ ਕਰਮ ਮਨੁੱਖ ਕਰ ਲਵੇ, ਜਿਤਨੇ ਮਰਜੀ ਝਮੇਲਿਆਂ ਦੇ ਵਿੱਚ ਫਸ ਲਵੇ, पर उन्हां झमेलियां तो छुटकारा केवल ते केवल उस सच्चे परमात्मा दे नाम तो बिना नहीं पाया जा सकता। चौपई हृदय सुध से वह श्री नामो नह तिन कूले खसो कामो। ते जेड़े सच्चे हिरदे दे नाल उस परमात्मा दा नाम सिमरदे ने, मन दे विच भै भावनी रख के परमात्मा दे नाम नूं मन दे विच चितारदे ने, ते गुरु नानक देव जी महाराज कहंदे ने कि उन्हां दा कोई भी लेखा इस संसार दे विच नहीं रह जांदा। धर्म राय को कागद फारै जावत पंथ न को अटकारे। ते धर्मराज उन्हां दे कीते होए जिहड़े लेखे ने, उन्हां सारे लेखियां दा कागज फाड़ दिंदा है। ते जिहड़ा मनुख चंगे कर्म करदा है, उस मनुख नूं परलोक दे विच जाण लई कोई भी रुकावट जिहड़ी पैदा नहीं हुंदी। गुरबाणी दे विच आपां साध संगत जी जिक्र करदे आ, पढ़दे भी आ ना कि धर्म राय दर कागद फारे जन नानक लेखा समझा। भाव के जेड़े इस परलोक दे विच लैके लोक दे विच रह के सच्चे मन दे नाल परमात्मा दी भगती नूं सिमरदे ने, परमात्मा दी भगती नूं करदे ने, उस करतार दे नाम नूं सिमरदे ने, धर्म राय उन्हां दे सारे लेखे ने जिहड़े ओह पाड़ दिंदा है। हुण गुरु नानक देव जी महाराज ये गल उस शाहूकार नूं समझा रहे हन। इसी प्रकार सार सुन कर कै रहे शाहू पग पर सिर धर कै। इस प्रकार जदों गुरु नानक देव जी महाराज जी ने अपने मुख तो ये बचन उस शाहूकार नूं साध संगत जी करने कीते ने, ते कवि जी लिखते ने कि वह शाहूकार गुरु नानक देव जी महाराज जी दे चरनी ढह पिया है, ते अपना जिहड़ा सिर है वह गुरु नानक देव जी महाराज जी दे चरणा उपर रख दिता है। तुमरे बच साबुन समसरही मन मलीन पट उजल करही। हुण ओ राजा कह रहा है कि गुरु जी ये जेड़े तुहाडे बचन ने एक साबण की तरह ने। उदाहरण दे रहे ने साध संगत जी, जिवें एक साबण है वो कपड़े दे उपर लगी हुई मैल नूं दूर कर दिंदा है, कपड़े दी जेड़ी मैल है उन्होंने मिटा दिंदा है। इसे तरह हुण वो शाहूकार कह रहा है कि जेड़े मेरे मन दे उपर विकारां दी मैल सी, ये तुहाडे बचनां ने किया करोड़ां जन्मां जन्मांतरां दी जेड़ी मैल है वो दूर कर दिती है। चल हो अब मम सदन बचितरा पाए पाए कर हो पवित्रा। ते साध संगत जी भै भावनी दे विच आया ओ शाहूकार गुरु नानक देव जी महाराज जी नूं प्रेम दे विच भिज के कह रहा है कि संत जी तुसी मेरी जन्म जन्मांतरां दी मैल जिहड़ी मेरे मन नूं लगी हुई सी ओ तुसी अपने बचनां दे नाल दूर कीती है, ते किरपा करो मेरा जिहड़ा ग्रह है, पाप के मेरा जिहड़ा घर है, तुसी उस दे वल चलना करो।
ਤੇ ਆਪਣੇ ਜਿਹੜੇ ਚਰਨ ਨੇ ਉਹ ਮੇਰੇ ਗ੍ਰਹਿ ਦੇ ਵਿੱਚ ਪਾ ਕੇ ਤੇ ਪਵਿੱਤਰ ਕਰਨਾ ਕਰੋ। ਬੜੇ ਭਾਗ ਜਾਗੇ ਤੁਮ ਆਏ, ਸਰਬ ਸਾਰ ਕੇ ਬਚਨ ਸੁਨਾਏ। ਤੇ ਕਹਿਣ ਲੱਗਾ ਕਿ ਵੱਡੇ ਭਾਗ ਨੇ ਮੇਰੇ ਗਰੀਬ ਦੇ, ਕਿ ਜਿਹੜੇ ਤੁਹਾਡੇ ਵਰਗੇ ਸੰਤ ਮੇਰੇ ਗਰੀਬ ਦੇ ਘਰ ਦੇ ਵਿੱਚ ਆਏ ਨੇ, ਤੇ ਤੁਹਾਡੇ ਆਉਣ ਦੇ ਨਾਲ ਮੇਰੇ ਗਰੀਬ ਦੇ ਭਾਗ ਖੁੱਲ ਪਏ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਬਚਨ ਉਸ ਸ਼ਾਹੂਕਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਨਮੁਖ ਕਰਨੇ ਕੀਤੇ ਹਨ। ਸੁਨ ਕਰ ਬਿਨੈ ਪ੍ਰਭੂ ਸੁਖਕਾਰੀ, ਗਮਣੇ ਤਾਂ ਕੇ ਸਦਨ ਮਜਾਰੀ। ਤੇ ਸਾਧ ਸੰਗਤ ਜੀ ਐਨੀ ਮਨ ਦੇ ਵਿੱਚ ਨਿਮਰਤਾ ਏ, ਐਨੀ ਮਨ ਦੇ ਵਿੱਚ ਦਇਆਲਤਾ ਏ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਉਸ ਸ਼ਾਹੂਕਾਰ ਦੇ ਬਚਨ ਆਪਣੇ ਕੰਨਾਂ ਦੇ ਨਾਲ ਸਾਧ ਸੰਗਤ ਜੀ ਸੁਣੇ ਨੇ ਨਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸ਼ਾਹੂਕਾਰ ਦੇ ਬਚਨ ਮੰਨ ਕੇ ਤੇ ਉਸ ਸ਼ਾਹੂਕਾਰ ਦੇ ਘਰ ਵੱਲ ਤੁਰ ਪਏ ਹਨ। ਜਹਾਂ ਸਥਲ ਥੋ ਅਦਕ ਸੁਹਾਵਣ, ਤਹ ਇਕ ਕੀਨ ਪ੍ਰਯੰਕੜ ਸਾਵਣ। ਹੁਣ ਜਿਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਕਹਿੰਦੇ ਕਿ ਇੱਥੇ ਇੱਕ ਬਹੁਤ ਸੁੰਦਰ ਅਸਥਾਨ ਸੀ, ਜਿੱਥੇ ਹੁਣ ਸ਼ਾਹੂਕਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੈਠਣ ਵਾਸਤੇ ਇੱਕ ਸੁੰਦਰ ਜਿਹੜਾ ਪਲੰਗ ਹੈ ਸਾਧ ਸੰਗਤ ਜੀ ਉਹ ਡਵਾ ਦਿੱਤਾ ਹੈ। ਬੈਠਾ ਰੇ ਕਰ ਪਾਓ ਬਿਸਾਲਾ, ਬਾਹੁਰ ਪਾਏ ਪਾਏ ਨਿਜ ਬਾਲਾ। ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਉਸ ਸ਼ਾਹੂਕਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਜਿਹੜਾ ਸੁੰਦਰ ਅਸਥਾਨ ਤੇ ਉਹ ਪਲੰਗ ਡਾਇਆ ਹੋਇਆ ਹੈ ਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਸ ਪਲੰਗ ਤੇ ਬਿਠਾ ਦਿੱਤਾ ਹੈ। ਤੇ ਪਲੰਗ ਤੇ ਬਿਠਾਉਣ ਸਾਰ ਹੀ ਉਸ ਸ਼ਾਹੂਕਾਰ ਦੀ ਜਿਹੜੀ ਪਤਨੀ ਹੈ, ਉਸ ਸ਼ਾਹੂਕਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਲਿਆਂਦਾ। तेह को शांत देन के हेता, बोले श्री बेदी कुल केता। हुण उस इस्त्री नूं गुरु नानक देव जी महाराज शांति प्रदान करवाउण लई उस इस्त्री दा जो मन मैला सी उहदे मन नूं पवित्र करन लई साध संगत जी गुरु नानक देव जी महाराज जी ने उहदा उद्धार करन लई हुण कुछ बचन कीते हन। आबल पिंग कोरी पत होए, प्रभु समान लखै ते जोए। ते गुरु नानक देव जी महाराज कह रहे ने कि गृहस्थी जीवन इस तरह दा है, एक इस्त्री दा सुभाव इस तरह दा होना चाहिए कि भावें उस इस्त्री दा पति भावें दुबला होवे, भावें पिंगुला होवे ते भावें कोड़ी भी होवे, उस इस्त्री नूं अपने पति नूं की है एक प्रभु दे समान समझना चाहिए है। सरब भांत की सेवा करे, पर पुरखन रत उर न तरई। ते जेड़ी इस्त्री अपने पति नूं प्रभु दा रूप समझदी है ते हर प्रकार दी अपने पति दी सेवा करदी है ते कदी भी किसे पराए मनुख बारे मन दे विच विचार नहीं लियाउंदी। पत के हथ त्याग प्राणा, रंच समान न तन पहचाना। ते साध संगत जी गुरु नानक देव जी महाराज अगे कह रहे ने, कहते ने कि जेड़ी पति दे मरण ते आपे ही अपने प्राण त्याग देवे, पाप के अपने पति दे मरण दे नाल चिखा दे उत्ते सड़ के आप सती हो जावे, ते कहंदे कि अपने पति नूं पछाणे ना
ਕਹਿੰਦੇ ਕਿ ਅਜਿਹੀ ਜਿਹੜੀ ਇਸਤਰੀ ਹੈ ਉਹ ਕਦੀ ਵੀ ਬੈਕੁੰਠ ਦੇ ਵਿੱਚ ਜਾ ਕਰਕੇ ਸੁੱਖ ਨਹੀਂ ਪਾ ਸਕਦੀ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਹ ਬਚਨ ਕਰ ਰਹੇ ਨੇ ਉਸ ਇਸਤਰੀ ਨੂੰ ਸ਼ਾਹੂਕਾਰ ਦੀ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਫਰਮਾਨ ਹੈ ਨਾ, ਸਤਿਯ ਇਹ ਨਾ ਆਖੀਆਂ ਨਾ ਜੇ ਮੜੀਆਂ ਲਗ ਜਲਾਨਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ ਕਿ ਉਹ ਸਤੀਆਂ ਨਹੀਂ, ਉਹ ਅਸਲ ਸਤੀ ਨਹੀਂ, ਉਹ ਇਸਤਰੀ ਸਤੀ ਨਹੀਂ ਸਮਝੀ ਜਾਵੇਗੀ ਜਿਹੜੀ ਆਪਣੀ ਪਤੀ ਦੀ ਚਿਖਾ ਦੇ ਉੱਪਰ ਮਰ ਜਾਂਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਫਰਮਾਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੋਹਰ ਲਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਦੱਸ ਰਹੇ ਨੇ, ਨਾਨਕ ਸਤਿਆ ਜਾਨੀਆਂ ਜੇ ਬਿਰਹੇ ਚੋਟ ਮਰਾਨਾ। ਇਹ ਅਸਲ ਸਤੀ ਦੀ ਨਿਸ਼ਾਨੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦੱਸੀ ਹੈ। ਹੁਣ ਇਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਸ਼ਾਹੂਕਾਰ ਦੀ ਪਤਨੀ ਦੇ ਨਾਲ ਕੀਤੇ ਹਨ। ਅਰ ਨਾਰੀ ਜੇ ਨਿਜ ਪਤ ਤਿਆਗੇ ਪਰ ਪੁਰਖਨ ਪਿਖ ਕਾ ਅਨੁਰਾਗੀ। ਅੱਗੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਿਆ ਦੇਣ ਲਈ ਤੀਜੀ ਉਦਾਹਰਨ ਦੇ ਰਹੇ ਨੇ। ਕਹਿੰਦੇ ਨੇ ਕਿ ਜਿਹੜੀ ਇਸਤਰੀ ਆਪਣੇ ਪਤੀ ਨੂੰ ਤਿਆਗ ਕੇ ਭਾਵ ਕਿ ਜਿਹਦੇ ਨਾਲ 4 ਲਾਵਾਂ ਲਈਆਂ ਨੇ, ਜਿਹਦੇ ਨਾਲ ਗ੍ਰਸਤੀ ਜੀਵਨ ਦਾ ਵਾਅਦਾ ਕੀਤਾ ਹੈ, ਉਸ ਪਤੀ ਨੂੰ ਤਿਆਗ ਕੇ ਤੇ ਪਰਾਏ ਪੁਰਖ ਦੇ ਨਾਲ ਸੰਗ ਕਰਦੀ ਹੈ। ਹੋਇ ਕੈ ਨਿਡਰਤ ਜੀ ਜਗ ਬ੍ਰੀੜਾ ਸਾਧ ਹੇਤ ਕਰਹੀ ਮਿਲ ਕ੍ਰੀੜਾ। ਤੇ ਕਹਿਣ ਲੱਗੇ ਨੇ ਕਿ ਆਪਣੇ ਸਵਾਦ ਦੇ ਖਾਤਰ ਜਿਹੜੀ ਇਸਤਰੀ ਪਰਾਏ ਮਰਦ ਦਾ ਸੰਗ ਕਰਦੀ ਹੈ, ਭਾਵ ਕਿ ਘਰ ਦੇ ਨਾਲ ਤਿਆਗ ਕੇ ਪਤੀ ਨੂੰ ਤਿਆਗ ਕੇ ਤੇ ਦੂਸਰੇ ਮਰਦ ਦਾ ਸੰਗ ਕਰਦੀ ਹੈ, ਤੇਹ ਜਮਦੂਤ ਗਹਾ ਜਬ ਆਏ ਜਾਹੇ ਕਸੀਟਤ ਦੇਹ ਸਜਾਏ। ਤੇ ਜਿਹੜੀ ਇਸਤਰੀ ਇਸ ਤਰ੍ਹਾਂ ਕਰਦੀ ਹੈ ਨਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਉਹਨੂੰ ਸਜ਼ਾ ਕੀ ਮਿਲਦੀ ਹੈ ਕਿ ਜਿਹੜੇ ਦੂਤ ਨੇ ਉਹ ਕੀ ਕਰਦੇ ਨੇ, ਉਸ ਇਸਤਰੀ ਨੂੰ ਪਕੜਦੇ ਹਨ ਤੇ ਘਸੀਟ ਕੇ ਸਵਰਗ ਦੀ ਅੱਗ ਤੋਂ ਦੂਰ ਲੈ ਜਾਂਦੇ ਨੇ ਤੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਸਜ਼ਾਵਾਂ ਨੇ ਉਸ ਇਸਤਰੀ ਨੂੰ ਦਿੰਦੇ ਹਨ। ਲੋਹੇ ਥੰਬ ਕੋ ਲਾਲਤ ਪਾਏ ਖੈਚ ਤਾਹੇ ਕੇ ਸੰਗ ਲੰਗਾਏ। ਤੇ ਉਸ ਸਥਾਨ ਤੇ ਲਿਜਾ ਕਰਕੇ ਇੱਕ ਗਰਮ ਜਿਹੜਾ ਥੰਮ ਹੈ ਉਹਨੂੰ ਸਾਧ ਸੰਗਤ ਤਪਾਇਆ ਜਾਂਦਾ ਹੈ ਤੇ ਉਸ ਤਪਾਏ ਹੋਏ ਥੰਮ ਨੂੰ ਉਸ ਇਸਤਰੀ ਨੂੰ ਗਲ ਦੇ ਨਾਲ ਲਾਉਣ ਲਈ ਆਖਿਆ ਜਾਂਦਾ ਹੈ। ਇਤਿਆਦਿਕ ਦੁਖ ਦੇਹ ਕਨੇਰਾ ਕੌਣ ਪੁਕਾਰ ਸੁਣੇ ਤਿਸ ਬੇਰਾ। ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਬਹੁਤ ਸਾਰੇ ਕਸ਼ਟ ਜਿਹੜੀ ਇਸਤਰੀ ਇਸ ਤਰ੍ਹਾਂ ਕਰਦੀ ਹੈ ਉਸ ਨੂੰ ਝੱਲਣੇ ਪੈਂਦੇ ਹਨ ਤੇ ਬਾਅਦ ਵਿੱਚ ਉਸ ਇਸਤਰੀ ਦੀ ਪੁਕਾਰ ਜਿਹੜੀ ਉਹ ਕੋਈ ਵੀ ਨਹੀਂ ਸੁਣਦਾ। ਜਗ ਮੈਂ ਨਿੰਦਾ ਕਸ਼ਟ ਅਗਾਰੀ ਆਸਗਤ ਹੈ ਵਿਚਾਰਨ ਨਾਰੀ। ਹੁੰਦਾ ਕੀ ਹੈ, ਲੋਕ ਦੇ ਵਿੱਚ ਤਾਂ ਲੋਕ ਉਸ ਨੂੰ ਨਿੰਦਦੇ ਨੇ, ਉਸ ਇਸਤਰੀ ਦੀ ਨਿੰਦਾ ਤਾਂ ਕਰਦੇ ਨੇ। ਆਸਗਤ ਹੈ ਵਿਚਾਰਨ ਨਾਰੀ। ਤੇ ਸਾਧ ਸੰਗਤ ਜੀ ਕਹਿੰਦੇ ਕਿ ਅਜਿਹੀ ਦਸ਼ਾ ਹੁੰਦੀ ਉਸ ਲੜਕੀ ਦੀ, ਉਸ ਇਸਤਰੀ ਦੀ, ਕਿ ਉਹ ਜਿਹੜੀ ਹੈ ਪੁਕਾਰ ਕੋਈ ਵੀ ਨਹੀਂ ਸੁਣਦਾ ਉਸ ਇਸਤਰੀ ਦੀ। ਪਤੀ ਪ੍ਰਤਾ ਕੋ ਜਸ ਜਗ ਮਾਹੀ ਆਗੈ ਅਨਕ ਬਿਦਨ ਸੁਖ ਪਾਈ।
ਤੇ ਜਿਹੜੀ ਇਸਤਰੀ ਪਤੀ ਬ੍ਰਤ ਧਰਮ ਦੇ ਵਿੱਚ ਰਹਿੰਦੀ ਹੈ, ਭਾਵ ਕਿ ਜਿਹਦੇ ਨਾਲ ਗ੍ਰਸਤੀ ਜੀਵਨ ਦੀਆਂ ਲਾਵਾਂ ਲਈਆਂ ਨੇ, ਜਿਹੜੀ ਇਸਤਰੀ ਉਸ ਮਨੁੱਖ ਦਾ ਸੰਗ ਕਰਦੀ ਹੈ, ਉਹਦੇ ਨਾਲ ਰਹਿੰਦੀ ਹੈ, ਕਹਿੰਦੇ ਕਿ ਅਸਲ ਇਸਤਰੀ ਉਹ ਹੈ। ਤੇ ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਆਪਾਂ ਫਰਮਾਨ ਪੜ੍ਹਦੇ ਹਾਂ ਨਾ, ਧਨ ਪੀਰ ਇਹ ਨਾ ਆਖੀਐ ਨਾ, ਬਹਿਨ ਇਕੱਠੇ ਹੋਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਉਹ ਅਸਲੀ ਪਤੀ ਪਤਨੀ ਨਹੀਂ, ਉਹਨਾਂ ਦਾ ਅਸਲੀ ਰਿਸ਼ਤਾ ਨਹੀਂ, ਜਿਹੜੇ ਆਪਣੇ ਸੁਭਾਅ ਦੇ ਕਾਰਨ ਮਿਲ ਕੇ ਬੈਠਦੇ ਨੇ, ਜਿਹੜੇ ਆਪਣੇ ਲਾਲਚ ਦੇ ਕਾਰਨ ਮਿਲ ਕੇ ਬੈਠਦੇ ਨੇ। ਅਸਲ ਪਤੀ ਪਤਨੀ ਕੌਣ ਹੈ? ਅੱਗੇ ਦੱਸ ਰਹੇ ਨੇ, ਏਕ ਜੋਤ ਦੋਏ ਮੂਰਤੀ, ਤਨ ਫਿਰ ਕਹੀਐ ਸੋਏ। ਜਿਹੜੇ ਪਤੀ ਤੇ ਪਤਨੀ ਦੇ ਵਿਚਾਰ ਆਪਸ ਦੇ ਵਿੱਚ ਰਲਦੇ ਨੇ, ਭਾਵ ਕਿ ਜਿਹੜੇ ਪਤੀ ਤੇ ਪਤਨੀ ਦੀ ਆਤਮਾ ਇੱਕ ਹੋ ਜਾਂਦੀ ਹੈ, ਅਸਲ ਪਤੀ ਪਤਨੀ ਦਾ ਰਿਸ਼ਤਾ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ ਉਹ ਹੈ। ਹੁਣ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਇਸਤਰੀ ਨੂੰ ਸਮਝਾ ਰਹੇ ਨੇ ਕਿ ਜਿਹੜੀ ਇਸਤਰੀ ਆਪਣੇ ਪਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਰਹਿੰਦੀ ਹੈ, ਅਸਲੀ ਜਿਹੜੀ ਇਸਤਰੀ ਉਹੀ ਜਗਤ ਦੇ ਵਿੱਚ ਜਾਣੀ ਜਾਂਦੀ ਹੈ, ਤੇ ਬਹੁਤ ਸੁੱਖ ਜਿਹੜੇ ਉਸ ਇਸਤਰੀ ਨੂੰ ਪ੍ਰਾਪਤ ਹੁੰਦੇ ਹਨ। ਸ਼ਾਹ ਹੋਤਿਆ ਸੁਨ ਕਰ ਬਚ ਗੁਰ ਕੇ, ਪਰੀ ਪਾਏ ਪਰ ਜਮ ਡਰ ਕਰ ਕੈ। ਤੇ ਜਦੋਂ ਸ਼ਾਹੂਕਾਰ ਦੀ ਇਸਤਰੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਬਚਨ ਸੁਣੇ ਨੇ ਨਾ ਸਾਧ ਸੰਗਤ ਜੀ, ਹੁਣ ਕੀ ਕੀਤਾ ਹੈ ਕਿ ਜਮਾ ਦੇ ਡਰ ਤੋਂ, ਜਮਾ ਤੋਂ ਡਰਦੀ ਹੋਈ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਸੀਸ ਝੁਕਾਉਣਾ ਕੀਤਾ। ਹੇ ਸੰਤੋ ਮੈਂ ਅਗ ਕੀ ਅਪਾਰੀ, ਬਖਸ਼ੋ ਆਈ ਸਰਣ ਤੁਮਾਰੀ। ਤੇ ਸਾਧ ਸੰਗਤ ਜੀ ਉਹ ਸ਼ਾਹੂਕਾਰ ਦੀ ਇਸਤਰੀ ਕਹਿਣ ਲੱਗੀ, ਕਹਿੰਦੇ ਕਿ ਹੇ ਸੰਤੋ ਮੈਨੂੰ ਬਖਸ਼ ਲਵੋ, ਮੈਂ ਇੱਕ ਪਾਪੀ ਹਾਂ, ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਜਿਹੜੇ ਪਾਪ ਨੇ ਉਹ ਕੀਤੇ ਨੇ, ਤੇ ਤੁਸੀਂ ਪਾਪਾਂ ਤੋਂ ਮੁਕਤੀ ਦਿਵਾਉਣ ਵਾਲੇ ਹੋ, ਕਿਰਪਾ ਕਰਕੇ ਮੇਰੇ ਜਿਹੜੇ ਕੀਤੇ ਹੋਏ ਪਾਪ ਨੇ ਉਹਨਾਂ ਤੋਂ ਤੁਸੀਂ ਮੈਨੂੰ ਮੁਕਤੀ ਦਿਵਾਉਣਾ ਕਰੋ। ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਨਾ, ਹਮ ਬਹੁ ਪਾਪ ਕੀਏ ਅਪਰਾਧੀ, ਗੁਰ ਕਾਟੈ ਕਟਿਤ ਕੁਟਿਲਤਾ। ਸਾਧ ਸੰਗਤ ਜੀ ਗੁਰੂ ਐਸਾ ਹੈ ਜਿਹੜਾ ਸ਼ਰਨ ਦੇ ਵਿੱਚ ਆਇਆ ਨੂੰ ਗਲ ਲਾਉਂਦਾ ਹੈ, ਕਿਉਂਕਿ ਬਚਨ ਪੜ੍ਹਦੇ ਆ ਨਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਇਹ ਸਾਧ ਸੰਗਤ ਜੀ ਪਰਮਾਤਮਾ ਦਾ ਸੁਭਾਅ ਹੈ, ਕਿੰਨੇ ਵੀ ਮਨੁੱਖ ਨੇ ਔਗਣ ਕੀਤੇ ਹੋਣ, ਕਿੰਨੇ ਵੀ ਮਨੁੱਖ ਨੇ ਪਾਪ ਕੀਤੇ ਹੋਣ, ਪਰ ਪਰਮਾਤਮਾ ਕੀ ਕਰਦਾ ਏ, ਔਗਣ ਕੋ ਨਾ ਚਿਤਾਰਦਾ, ਗਲ ਸੇ ਤੇ ਲਾਇਕਾ। ਪਰਮਾਤਮਾ ਸਾਧ ਸੰਗਤ ਦੀ ਸ਼ਰਨ ਪੈਦੀ ਰੱਖਦਾ ਏ। ਇਸੇ ਤਰ੍ਹਾਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਉਹ ਇਸਤਰੀ ਆਈ ਹੈ, ਚਰਨਾਂ ਤੇ ਸੀਸ ਝੁਕਾਇਆ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕਰ ਰਹੀ ਹੈ ਕਿ ਹੇ ਸੰਤੋ ਮੈਂ ਇੱਕ ਪਾਪੀ ਜੀਵ ਹਾਂ, ਮੈਂ ਆਪਣੇ ਜੀਵਨ ਦੇ ਵਿੱਚ ਬਹੁਤੇ ਪਾਪ ਕੀਤੇ ਨੇ, ਤੁਸੀਂ ਪਾਪਾਂ ਤੋਂ ਮੁਕਤੀ ਦਿਵਾਉਣ ਵਾਲੇ ਹੋ, ਕਿਰਪਾ ਕਰਕੇ ਜਿੰਨੇ ਵੀ ਮੇਰੇ ਕੀਤੇ ਹੋਏ ਪਾਪ ਨੇ ਉਹਨਾਂ ਪਾਪਾਂ ਤੋਂ ਤੁਸੀਂ ਮੈਨੂੰ ਮੁਕਤੀ ਦਿਵਾਉਣਾ ਕਰੋ। ਗੁਰ ਕਹਿ ਪਾਛਲ ਬਖਸ਼ੀਸੋ,
ਬਹੁਰ ਅਗਾਰੀ ਕਰਹੁ ਨ ਕੋ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਹੈ, ਕਹਿਣ ਲੱਗੇ ਨੇ ਅਸੀਂ ਤੇਰੇ ਜਿਹੜੇ ਪਾਪ ਹੈ ਤਾਂ ਹੀ ਬਖਸ਼ਾਂਗੇ, ਭਾਵ ਕਿ ਤੇਰੇ ਪਹਿਲੇ ਪਾਪ ਤਾਂ ਹੀ ਬਖਸ਼ੇ ਜਾਣ ਕੇ ਜੇ ਤੂੰ ਉਹਨਾਂ ਪਾਪਾਂ ਨੂੰ ਮੁੜ ਦੁਬਾਰਾ ਨਹੀਂ ਕਰੇਂਗੀ, ਭਾਵ ਕਿ ਉਹਨਾਂ ਪਾਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਕਰਨਾ ਕਰੇਗੀ। ਪਾਇਤ ਆਇਸ ਕੇ ਰਹੋ ਅਨਸਾਰੀ, ਸਿਮਰੋ ਸਤਿਨਾਮ ਸੁਖਕਾਰੀ। ਤੇ ਅੱਗੇ ਕਹਿ ਕਿ ਹਮੇਸ਼ਾ ਜਿਹੜਾ ਤੁਹਾਡਾ ਪਤੀ ਹੈ ਉਹਦੀ ਆਗਿਆ ਦੇ ਅਨੁਸਾਰ ਰਹਿਣਾ ਹੈ, ਉਹਦੀ ਆਗਿਆ ਦੇ ਅਨੁਸਾਰ ਚੱਲਣਾ ਹੈ। ਤਾਂ ਹਮੇਸ਼ਾ ਜਿਹੜਾ ਸਤਿਨਾਮ ਦਾ ਸਿਮਰਨ ਹੈ ਉਹਨੂੰ ਤੁਸੀਂ ਕਰਨਾ ਹੈ। ਅਸ ਉਪਦੇਸ਼ ਦੀਨ ਤਿਨ ਤਾਈ, ਕਰੀ ਬਿਰਤ ਰਹਿਣ ਜਗ ਸਾਈ। ਹੁਣ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕਰ ਰਹੀ ਉਹ ਸ਼ਾਹੂਕਾਰ ਤੇ ਸ਼ਾਹੂਕਾਰ ਦੀ ਪਤਨੀ ਨਿਮਾਣੇ ਜੀ ਹੋ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਨੂੰ ਸ਼ਾਹੂਕਾਰ ਤੇ ਸ਼ਾਹੂਕਾਰ ਦੀ ਪਤਨੀ ਕੀ ਕਹਿ ਰਹੇ ਨੇ? ਕਹਿੰਦੇ ਨੇ ਗੁਰੂ ਜੀ ਕਿਰਪਾ ਕਰਕੇ ਇੱਕ ਰਾਤ ਜਿਹੜੀ ਹੈ ਉਹ ਤੁਸੀਂ ਸਾਡੇ ਗ੍ਰਹਿ ਦੇ ਵਿੱਚ ਗੁਜ਼ਾਰਨਾ ਕਰੋ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਮੰਨੇ ਨੇ ਉਸ ਸ਼ਾਹੂਕਾਰ ਤੇ ਸ਼ਾਹੂਕਾਰ ਦੀ ਇਸਤਰੀ ਦੇ, ਤੇ ਜਿਹੜੀ ਇੱਕ ਰਾਤ ਹੈ ਉਹ ਉਹਨਾਂ ਦੀ ਗ੍ਰਹਿ ਦੇ ਵਿੱਚ ਗੁਜ਼ਾਰੀ ਹੈ। ਦੰਪਤ ਕੇ ਉਰ ਦੇ ਕਰ ਸ਼ਾਂਤਾ, ਗਮਨ ਕੀਨ ਮਾਰਗ ਸੁਖ ਦਾਤਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਤੀ ਪਤਨੀ ਨੂੰ ਸ਼ਾਂਤੀ ਪ੍ਰਦਾਨ ਕਰਵਾਉਂਦੇ ਹੋਏ ਸੁਖਾਂ ਦੇ ਦਾਤੇ ਬੇਦੀ ਕੁਲ ਦੇ ਦੀਪਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਨਾਲ ਅੱਗੇ ਜਾਣ ਦੀ ਸਾਧ ਸੰਗਤ ਜੀ ਤਿਆਰੀ ਕੀਤੀ ਹੈ। ਹੁਣ ਅੱਗੇ ਕਿੱਥੇ ਪਹੁੰਚੇ ਹਨ? ਇੱਕ ਪੁਰ ਆਵਾ ਬਹੁਰ ਅਗਾਰੀ, ਜਾਏ ਪਹੁੰਚੇ ਤਾਹੇ ਮਜਾਰੀ। ਅੱਗੇ ਸਾਧ ਸੰਗਤ ਜੀ ਇੱਕ ਨਗਰ ਆਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਥਾਨ ਤੇ ਪਹੁੰਚੇ ਹਨ। ਰਹਿਨ ਰਹਿਨ ਹਿਤ ਖੋਜਤ ਥਾਏ, ਜਿਨ ਕੀਨੇ ਬ੍ਰਹਮੰਡ ਬਣਾਏ। ਤੇ ਸਾਧ ਸੰਗਤ ਜੀ ਇੱਕ ਰਾਤ ਰਹਿਣ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੇ ਬੈਠਣ ਲਈ, ਰਾਤ ਗੁਜ਼ਾਰਨ ਲਈ ਅਸਥਾਨ ਜਿਹੜੇ ਨੇ ਉਹ ਢੂੰਡ ਰਹੇ ਨੇ, ਭਾਵ ਕਿ ਇੱਕ ਰਾਤ ਗੁਜ਼ਾਰਨ ਲਈ ਅਸਥਾਨ ਲੱਭ ਰਹੇ ਨੇ। ਪਰ ਕਵੀ ਜੀ ਲਿਖਦੇ ਨੇ ਅਸਥਾਨ ਵੀ ਕੌਣ ਲੱਭ ਰਹੇ ਨੇ? ਜਿਨ੍ਹਾਂ ਨੇ ਇਸ ਜਗਤ ਦੀ ਉਤਪਤੀ ਆਪ ਕੀਤੀ, ਜਿਨ੍ਹਾਂ ਨੇ ਬ੍ਰਹਿਮੰਡ ਵੀ ਆਪ ਬਣਾਏ ਨੇ। ਕਿਉਂਕਿ ਆਸਾ ਦੀ ਵਾਰ ਦੇ ਸਾਧ ਸੰਗਤ ਆਪਾਂ ਪੜ੍ਹਦੇ ਆ ਨਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ। ਕਹਿੰਦੇ ਉਸ ਪਰਮਾਤਮਾ ਨੇ ਸਾਰਾ ਕੁਝ ਸਾਜਿਆ ਹੈ, ਜਿਹਦੇ ਹੁਕਮ ਦੇ ਵਿੱਚ ਇਹ ਸਾਰਾ ਪਸਾਰਾ ਹੈ। ਤੇ ਸਾਧ ਸੰਗਤ ਜੀ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਗਮਨ ਤੇ ਕਰਕੇ ਪਹੁੰਚੇ ਨੇ, ਜਿਸ ਸੰਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਹੁਣ ਰਾਤ ਬਿਤਾਉਣ ਲਈ ਸਾਧ ਸੰਗਤ ਜੀ ਉਸ ਅਸਥਾਨ ਤੇ ਜਿਹੜਾ ਥਾਂ ਉਹ ਲੱਭ ਰਹੇ ਹਨ। ਤਹਾਂ ਬਸੇਰਾ ਦੇਤ ਨ ਕੋ, ਬੈਠੇ ਜਹਾਂ ਉਠਾਵੇ ਸੋ। ਹੁਣ ਜਿਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਉਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਰਹਿਣ ਵਾਸਤੇ ਕੋਈ ਵੀ ਅਸਥਾਨ ਨਹੀਂ ਦੇ ਰਿਹਾ। ਸਾਧ ਸੰਗਤ ਜੀ ਲੋਕਾਂ ਦੀ ਫਿਤਰਤ ਕੀ ਬਣੀ ਹੋਈ ਹੈ, ਉਸ ਅਸਥਾਨ ਤੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠਦੇ ਨੇ, ਜਾਂ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਵੀ ਅਸਥਾਨ ਤੇ ਜਾ ਕੇ ਆਪਣਾ ਸਾਧ ਸੰਗੀ ਆਸਨ ਕਰਦੇ ਨੇ,
उस स्थान के जिहड़े लोक ने, उस शहर के लोक ने, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਸਥਾਨ ਤੋਂ ਉਠਾ ਦਿੰਦੇ ਹਨ। ਮੰਦ ਮਤੀ ਪਿਖ ਨਰ ਤੇ ਥਾਏ, ਪੁਰ ਤੇ ਵਰ ਪ੍ਰਭੂ ਪੁਨ ਆਏ। ਤੇ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਪਹੁੰਚੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਉਸ ਸਥਾਨ ਦੇ ਖੋਟੀ ਮੱਤ ਵਾਲੇ ਲੋਕ ਦੇਖੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਜਗਤ ਦੇ ਸਾਈਂ ਨੇ, ਉਸ ਹਰੀ ਪ੍ਰਮਾਤਮਾ ਦਾ ਰੂਪ ਨੇ, ਉਹਨਾਂ ਨੂੰ ਅਸਥਾਨ ਨਹੀਂ ਦਿੱਤਾ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਖੋਟੀ ਮੱਤ ਵਾਲੀ ਜਾਣ ਕਰਕੇ ਤੇ ਉਸ ਅਸਥਾਨ ਤੋਂ ਅੱਗੇ ਤੁਰ ਪਏ ਹਨ। ਹੁਤੋ ਕੁਸ਼ਟ ਜੁਤ ਏਕ ਫਕੀਰਾ, ਨਿਸਬਾਸੁਰ ਬੋ ਪਾਵਤ ਪੀਰਾ। ਹੁਣ ਕੀ ਹੋਇਆ? ਹੁਤੋ ਕੁਸ਼ਟ ਜੁਤ ਇੱਕ ਫਕੀਰਾ, ਇੱਕ ਫਕੀਰ ਨੂੰ ਸਾਧ ਸੰਗਤ ਜੀ ਬਹੁਤ ਜ਼ਿਆਦਾ ਕੋੜ ਦਾ ਰੋਗ ਸੀ, ਤੇ ਜਿਹੜਾ ਦਿਨ ਰਾਤ ਤਕਲੀਫ ਦੇ ਵਿੱਚ ਰਹਿੰਦਾ ਸੀ। ਤੇ ਸਾਧ ਸੰਗਤ ਜੀ ਹੁਣ ਕੀ ਹੋਇਆ ਏ? ਦੇਖ ਦਇਆ ਨਿਧ ਕਰੁਣਾ ਆਏ, ਚੁੰਗੀ ਟਿਗ ਬੈਠੇ ਜਗ ਸਾਏ। ਤੇ ਜਦੋਂ ਜਗਤ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਕੋੜੀ ਨੂੰ ਦੇਖਿਆ ਏ, ਤੇ ਕੀ ਕੀਤਾ ਹੈ ਸਾਧ ਸੰਗਤ ਜੀ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਨ ਦੇ ਵਿੱਚ ਦਇਆ ਆ ਗਈ ਉਸ ਕੋੜੀ ਦੇ ਪ੍ਰਤੀ। ਤੇ ਜਦੋਂ ਉਸ ਕੋੜੀ ਦੇ ਪ੍ਰਤੀ ਸਾਧ ਸੰਗਤ ਦੀ ਹਾਲਤ ਦੇਖ ਕੇ ਦਇਆ ਆਈ ਹੈ, ਤੇ ਕਰੁਣਾ ਦੇ ਘਰ ਬੇਦੀ ਕੁਲ ਦੇ ਦੀਪਕ ਸੁਖਾਂ ਦੇ ਰਾਸ, ਰੋਗੀਆਂ ਦਾ ਰੋਗ ਦੂਰ ਕਰਨ ਵਾਲੇ, ਪਾਪਾਂ ਤੋਂ ਮੁਕਤੀ ਦਿਵਾਉਣ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਐਸੀ ਕਿਰਪਾ ਹੋਈ ਕਿ ਜਿਹੜਾ ਫਕੀਰ ਜਿਹਨੂੰ ਕੋੜ ਸੀ, ਲੰਬੇ ਸਮੇਂ ਤੋਂ ਕੋੜ ਦੀ ਜਿਹੜੀ ਬਿਮਾਰੀ ਉਹਦੇ ਨਾਲ ਤੜਪ ਰਿਹਾ ਸੀ ਨਾ, ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੀ ਝੁੱਗੀ ਦੇ ਕੋਲ ਜਾ ਕੇ ਬੈਠ ਗਏ ਹਨ। ਕਹ ਫਕੀਰ ਬੰਦ ਕਰ ਦੋ, ਮੋਰ ਸਮੀਪ ਨ ਆਵਤ ਕੋ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਕੋੜੀ ਦੇ ਪਾਸ ਜਾ ਕੇ ਪਹੁੰਚੇ ਨੇ, ਬੈਠੇ ਨੇ, ਤੇ ਸਾਧ ਸੰਗਤ ਜੀ ਕੋੜੀ ਹੈ ਨਾ ਜਿਹੜਾ, ਉਹਨੂੰ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਪਾਸ ਆਏ ਨੇ, ਇਹ ਜਗਤ ਦੇ ਸਾਈਂ ਮੇਰੇ ਪਾਸ ਆਏ ਨੇ, ਇਹਨਾਂ ਨੇ ਮੇਰੇ ਰੋਗ ਨੂੰ ਦੂਰ ਕਰਨਾ ਹੈ, ਇਹਨਾਂ ਨੇ ਮੇਰੇ ਰੋਗ ਦੀ ਨਿਵਰਤੀ ਕਰਨੀ ਹੈ। ਤੇ ਸਾਧ ਸੰਗਤ ਜੀ ਦੋਵੇਂ ਹੱਥ ਜੋੜ ਕਰਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਹੈ, ਤੇ ਕਹਿਣ ਲੱਗਾ ਏ ਕਿ ਮੇਰੇ ਤਾਂ ਨਜ਼ਦੀਕ ਕੋਈ ਵੀ ਨਹੀਂ ਸੀ ਆਉਂਦਾ, ਖਾਗ ਭਾਗੈ ਪਿਖ ਗਿਨਤੀ ਕਿਆ ਨਰ, ਤੁਮ ਆਏ ਮੋ ਪਰ ਕਰੁਣਾ ਕਰ। ਤੇ ਕਹਿਣ ਲੱਗਾ ਹੈ ਕਿ ਮੇਰੇ ਤੋਂ ਤਾਂ ਸਾਰੇ ਨਫ਼ਰਤ ਕਰਦੇ ਸਨ, ਮੇਰੇ ਤਾਂ ਲਾਗੇ ਵੀ ਕੋਈ ਨਹੀਂ ਸੀ ਆਉਂਦਾ, ਸਾਰੇ ਮੇਰੇ ਤੋਂ ਦੂਰ ਭੱਜਦੇ ਸਨ, ਤੇ ਭੱਜਣ ਵਾਲਿਆਂ ਦੀ ਕੋਈ ਵੀ ਗਿਣਤੀ ਨਹੀਂ। ਤੇ ਕੀ ਹੈ, ਤੁਸੀਂ ਕਿਰਪਾ ਕਰਕੇ ਮੇਰੇ ਪਾਸ ਆਏ ਹੋ, ਰੈਣ ਬਸੇਰਾ ਕਰਤੇ ਥਾਨਾ, ਨਹਿ ਪੌਡੇ ਬੈਠੇ ਗਤ ਦਾਨਾ। ਤੇ ਸਾਧ ਸੰਗਤ ਜੀ ਜਦੋਂ ਉਸ ਝੁੱਗੀ ਦੇ ਵਿੱਚ ਉਸ ਕੋੜੀ ਦੇ ਪਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਤੇ ਉਸ ਕੋੜੀ ਦੀ ਝੁੱਗੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਟਿਕਾਣਾ ਕਰਨਾ ਕੀਤਾ ਹੈ। ਤੇ ਟਿਕਾਣਾ ਵੀ ਕਿਵੇਂ ਕੀਤਾ ਹੈ ਸਾਧ ਸੰਗਤ ਜੀ? ਕਵੀ ਜੀ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਝੁੱਗੀ ਦੇ ਵਿੱਚ ਲੇਟੇ ਨਹੀਂ, ਸਾਰੀ ਰਾਤ ਕੀ ਹੈ ਬੈਠੇ ਰਹੇ ਹਨ। ਸਭ ਨਿਸ ਕੁਸ਼ਟੀ ਸੰਕਟ ਪਾਵੈ,
हाय हाय कह कै बिल लावै। ते कहन लगे ने कि वो जेड़ा कोड़ी है ना, वो सारी रात की कर रहा है, कष्ट दे विच तड़फ रहा है, ते उच्ची उच्ची हाय हाय दा जेड़ा विरलाप है वो कर रहा है। ते साध संगत जी की होया है, जदों इस तरह उस कोड़ी ने उच्ची उच्ची हाय हाय दा जदों जाप कीता है, हाय हाय दा विरलाप कीता है, तां की वापरिया है। दोहरा अरदन सा बीती जब है, श्री बेदी कुल कीता। ते जदों अद्धी रात दा समा बीत्या है, ते साध संगत जी की होया है, गुरु नानक देव जी महाराज जी दे मन दे विच दया आई है। जदों साध संगत जी उस कोड़ी दा दुख देखिया है, वो कोड़ी दुख दे कारण हाय हाय कर रहा है, ते गुरु नानक देव जी महाराज जी ने साध संगत जी ओदा दुख कट्टन लई की कीता है, उस अद्धी रात दे विच एक शब्द जिहड़ा वो उच्चारण कीता है। वो उच्चारण कीता होया शब्द की है, जियो तपत है बारोबार, ताप ताप खपै बहुत बेकार। जय तन बाणी विसर जाए, ज्यों पक्का रोगी बिल लाए। बहुता बोलन चखण होए, विन बोले जान सब सोए। गुरु नानक देव जी महाराज जी ने जदों ये वचन उचारिया है कि जय तन बाणी विसर जाए, ज्यों पक्का रोगे बिल लाए। इत्थे हुण संसारी जीवां नूं एक उदाहरण दे रहे ने गुरु नानक देव जी महाराज। कहंदे ने जय तन बाणी विसर जाए, पाप की जेड़े शरीर नूं गुरबाणी याद नहीं, जेड़े मनुख दे मन दे विच गुरबाणी विसरी हुई है, ओदी हालत किवें हुंदी है, ओदी हालत किस तरह दी है। जिवें एक रोग दे कारण पक्का रोगी जेड़ा ओ विलला हो रहा हो। हुण साध संगत जी इसे तरह दी हालत उस कोड़ी दी भी बनी हुई सी, जिहदे पास कोई नहीं सी आ करके बैठदा, जिहदा कोई भी संग नहीं सी करदा, दूरों देख के लोग उस नूं भज जांदे सन। ते गुरु नानक देव जी महाराज जी ने ऐसी कृपा कीती है कि आखिर दे विच वचन उचारिया है, जे को डूबे फिर होवे सार, नानक साचा सर्ब दातार। ते साध संगत जी कहंदे ने कि जेड़ा मनुख डुब रहा होवे, ते मान लो डुबदे होए ने जदों नाम जपिया होए, ते नाम जपन दे कारण वो मनुख तर जांदा है। कहंदे इसे तरह की है, वो परमात्मा सारियां नूं दाता देण वाला है। ते जदों साध संगत जी ये सारा शब्द गुरु नानक देव जी महाराज जी ने उच्चारण कीता है, ते अगे की वापरिया है। चापई श्री गुर सरब शब्द मुख पना, तूषण कर कुशटी न सुना। ते गुरु जी ने जदों ये शब्द उचारिया है, ते साध संगत जी कवि जी लिखते ने कि वो जेड़ा कोड़ी है, उस कोड़ी ने ये शब्द चुप करके गुरु नानक देव जी महाराज जी दे बचना, ये गुरु नानक देव जी महाराज जी जो शब्द उच्चारण कर रहे ने, इन्हां श्रवणां दे नाल सुनना कीता है।
ਤੇ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਵੀ ਆਪਣੀ ਕਵਿਤ ਦੇ ਵਿੱਚ ਲਿਖਦੇ ਨੇ ਨਾ, ਸ਼ਰਵਣ ਅਮੋਲ ਗੁਰ ਬਚਨ ਧਰਨ ਕੇ। ਭਾਈ ਸਾਹਿਬ ਭਾਈ ਜੀ ਦੱਸਦੇ ਨੇ ਕਿ ਇਹ ਜਿਹੜੇ ਕੰਨ ਨੇ ਇਹ ਅਮੋਲਕ ਕਿਵੇਂ ਨੇ, ਇਹ ਚੰਗੇ ਕਿਵੇਂ ਨੇ, ਸੋਭਦਾਇਕ ਕਿਵੇਂ ਨੇ, ਜੇਕਰ ਪਰਮਾਤਮਾ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਹੁਣ ਇਸੇ ਤਰ੍ਹਾਂ ਸਾਧ ਸੰਗਤ ਜੀ ਉਸ ਕੋੜੀ ਨੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਚੁੱਪ ਕਰਕੇ ਆਪਣੇ ਕੰਨਾਂ ਦੇ ਨਾਲ ਸੁਣਨੇ ਕੀਤੇ ਹਨ। ਤੇ ਅੱਗੇ ਕਿਰਪਾ ਕੀ ਹੋਈ ਹੈ, ਭਈ ਦੇਹ ਤਤਕਾਲ ਅਰੋਗੰ ਬਿਨਸ ਗਏ ਮਨ ਕੇ ਸਭ ਸੋਗੰ। ਤੇ ਜਦੋਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣੇ ਨੇ, ਐਸੀ ਭਾਵਨਾ ਦੇ ਨਾਲ ਬਚਨ ਸੁਣੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਜਿਹੜੇ ਕੋੜੀ ਦੇ ਪਾਸ ਕੋਈ ਵੀ ਨਹੀਂ ਸੀ ਆਉਂਦਾ, ਦੂਰ ਤੋਂ ਲੋਕ ਭੱਜ ਜਾਂਦੇ ਸਨ। ਤੇ ਸਾਧ ਸੰਗਤ ਜੀ ਉਸ ਕੋੜੀ ਦਾ ਜਿਹੜਾ ਰੋਗ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਣਦਿਆਂ ਸਾਰੀ, ਜਿਹੜੇ ਤਨ ਤੇ ਕੋੜ ਦਾ ਰੋਗ ਸੀ ਸਾਧ ਸੰਗਤ ਜੀ, ਉਹ ਤਨ ਹੁਣ ਆਰੋਗ ਹੋ ਗਿਆ ਹੈ। ਤੇ ਉਹ ਜਿਹੜਾ ਕੋੜੀ ਹੈ ਸਾਧ ਸੰਗਤ ਜੀ ਐ ਕਹਿੰਦੇ ਨੇ ਕਿ ਸਿਹਤਮੰਦ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਜੀ ਆਪਾਂ ਬਚਨ ਵੀ ਪੜ੍ਹਦੇ ਆਂ, ਅਰਦਾਸ ਵੀ ਕਰਦੇ ਆਂ ਨਾ, ਕਿ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗਾ। निथावे को तुम थान बिठावो, दास अपने को भगति लावो। जे गुरु दे विच इन्नियां बरकतां ने, जे गुरु दे विच साध संगत जी इन्नी ताकत है, ते आपा भै भावनी दे नाल ये बचन गुरु नानक देव जी महाराज जी दे अगे सिर झुका के करदे हां, ते साध संगत जी अपने दुख दूर हुंदे ने। सब तो वड्डी उदाहरण है धन गुरु रामदास जी महाराज जी दा दर, जिते साध संगत जी जी दे बाप तापा पढ़दे हैं ना, डिठे सबे थाव नहीं तुद जेहिया। उस स्थान ते गुरु रामदास जी महाराज जी दी ऐसी बरकत है कि साध संगत जी जेकर आपां उस अमृत सरोवर दे विच इशनान कर लईए ना भै भावनी दे नाल, ते साडे सारे रोग जिहड़े ने वो दूर हो जांदे। ऐसी कृपा है गुरु रामदास जी दे दर ते, ऐसी कृपा है साध संगत जी गुरु नानक देव जी महाराज जी दे दर ते। हुण अजिहा ही होया जदों गुरु नानक देव जी महाराज जी दे बचन अपने कन्नां दे नाल उस कोड़ी ने साध संगत जी सुनने कीते ने, ते कवि जी लिखते ने कि उस कोड़ी दा जेड़ा तन है वो आरोग हो गया है। उस कोड़ी ते जेड़ा कोड़ दा रोग सी वो साध संगत जी सारा दूर हो गया है। निर्मल भई मनीखा तब हे, मन मलीनता नासी सब हे। ते सारी जिहड़ी साध संगत जी ओदी बुद्धि सी वो निर्मल हो गई है, ते जिहड़ी मन दी मलीनता है वो साध संगत जी दूर हो गए गुरु नानक देव जी महाराज जी दे बचन सुन करके। भई पोर पाहुल पगलीनी, हिरदे जागी भगत नवीनी। ते उस कोड़ी ने साध संगत जी गुरु नानक देव जी महाराज जी दे चरणां दी पौल ਉਹ ਸ਼ਕਨੀ ਕੀਤੀ ਹੈ, ਤੇ ਸਾਧ ਸੰਗਤ ਜੀ ਉਹਦੇ ਮਨ ਦੇ ਅੰਦਰ ਜਿਹੜੀ ਭਾਵਨਾ ਹੈ ਨਾ ਭਗਤੀ ਦੀ, ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਪਾਉ ਲੈਣ ਦੇ ਨਾਲ ਪੈਦਾ ਹੋ ਗਈ, ਭਾਵ ਕੇ ਪ੍ਰਬਲ ਹੋ ਗਈ ਹੈ। ਸੇਵਕ ਕਰੀਏ ਸ਼ਰਨ ਤੁਮਾਰੀ, ਦਰਸ ਅਮੋਘ ਪਰ ਉਪਕਾਰੀ। ਹੁਣ ਉਹ ਕੋੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕਰ ਰਿਹਾ, ਕਹਿਣ ਲੱਗਾ ਏ ਕਿ ਸੰਤ ਜੀ ਤੁਸੀਂ ਮੈਨੂੰ ਆਪਣਾ ਸੇਵਕ ਬਣਾ ਲਵੋ, ਕਿਉਂਕਿ
मैं तुहाडी शरण दे विच आया हाँ। सुन कर तिन की बिनै बसाला, सब को पाहुल दे तत्काला। ते गुरु नानक देव जी महाराज जी ने कृपा कीती है, उस कोड़ी नूं चरण पाहुल दे के ते साध संगत जी अपना सिख जिहड़ा वो बनाउणा कीता है। सतनाम को जाप सुनायो, करनो नित सतसंग बतायो। ते साध संगत जी गुरु नानक देव जी महाराज जी ने उस रोगी नूं, उस कोड़ी नूं सतनाम दा जिहड़ा जाप है वो दिता है। भाव के गुरु नानक देव जी महाराज जी ने उस नूं सच्चे जिहड़ा सच्चा नाम है वो सुनाउणा कीता है, तां हमेशा सत संगत करन लई आख्या है। ते साध संगत जी रोजाना आपां पढ़दे हैं ना, मेरे माधो जी सत संगत मिले सो तरिया। वडभागे हाँ साध संगत जी ਜਿਹੜੇ ਆਪਣੇ ਕੀਮਤੀ ਪਲਾਂ ਦੇ ਵਿੱਚੋਂ ਪਲਾ ਕੱਢ ਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਵਿਚਿੱਤਰ ਸਾਖੀਆਂ ਸਰਵਣ ਕਰ ਰਹੇ ਹਨ। ਤੇ ਬਖਸ਼ਿਸ਼ ਕੀ ਹੋਵੇਗੀ ਜੇਕਰ ਸੁਣ ਰਹੇ ਹਾਂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਜੇਕਰ ਆਪਾਂ ਸਾਖੀਆਂ ਸਾਧ ਸੰਗਤ ਦੀ ਸਰਵਣ ਕਰ ਰਹੇ ਹਾਂ ਨਾ ਸਮਾਂ ਕੱਢ ਕੇ, ਤੇ ਬਖਸ਼ਿਸ਼ ਕੀ ਹੁੰਦੀ ਹੈ। ਮੇਰੇ ਮਾਧੋ ਜੀ सत संगत मिले सो तरिया। ते जेड़ा सत संगत करदा है ना, ते साध संगत जी कहंदे ने ओ संसार दा जेड़ा भवजल है ना ओदे विचों तर जांदा है। ते साध संगत जी आपां भी ऐसी किरपा है ना जेड़ी ओ साध संगत दे विच बैठ के लै रहे हैं। हुण गुरु नानक देव जी महाराज जी ने उस कोड़ी नूं की है सत संगत करन लई आख्या है। बाहुरो कीनो गमन अगारी, तिन चरणन पर कब बलहारी। ते साध संगत जी उस कोड़ी दा उधार करके गुरु नानक देव जी महाराज अगे पहुंच गए ने। ते अगे साध संगत जी एमनाबाद दे विच जा पहुंचे ने। ते एमनाबाद दे विच जाके जो भी गुरु नानक देव जी महाराज जी दे नाल वापरदा है वो साध संगत जी कल आपां नियत समय दे अनुसार इसे अस्थान ते कल दे साध संगत जी प्रसंगां दे विच सरवण करांगे। आओ सुरतियां बिरतियां नूं करिए एकाग्रचित ते पै भावनी दे नाल उच्ची आवाज दे विच एक शब्द उचारणा करिए। हमरी गनत न गणिया काए, हमरी गनत न गणिया काए। हमरी गनत न गणिया काई, हमरी गनत न गणिया काए। हमरी गनत न गणिया काए, हमरी गनत न गणिया काए। अपना बिरद पछाण, अपना बिरद पछाण। अपना बिरद पछाण, अपना बिरद पछाण। अपना बिरद पछान, अपना बिरद पछान।
हाथ दे रखे कर अपने, हाथ दे रखे कर अपने। हाथ दे रखे कर अपने, हाथ दे रखे कर अपने। हाथ दे रखे कर अपने, हाथ दे कर रखे अपने। सदा सदा रंग मान, सदा सदा रंग मान। सदा सदा रंग मान, सदा सदा रंग मान। सदा सदा रंग मान, सदा सदा रंग मान। हमरी गनत न गणिया काए, हमरी गनत न गणिया काए। हमरी गनत न गणिया काए, हमरी गनत न गणिया काए। अपना बिरद पछान, अपना बिरद पछाना। हमरी गनत न गणिया काए, हमरी गनत न गणिया काए। गणिया काए, हमरी गनत न गणिया काए। वाहिगुरु जी का खालसा, वाहिगुरु जी की फतेह।